जी मेरे साथ इस वक्त मौजूद हैं पाकिस्तान के एक बहुत मरूफ और मेरी नज़र में बहुत एक अजीम हस्ती जो एक बहुत जो है वो नेक काम कर रहे हैं, भूपिंदर सिंह उर्फ लवली, जो कि एक बहुत कामयाब यूट्यूबर हैं। पूरी दुनिया में इनके फॉलोअर्स हैं। अगर हम 70 साल पीछे चले जाएं तो बड़ी सगीर में कोई बॉर्डर लाइन नहीं थी, कोई पंजाबी में इसको कहते हैं लकीर नहीं थी। सारे हिंदू मुस्लिम पंजाबी जो है वो भाई इकट्ठे रहते थे। लेकिन फिर वो वक्त आया कि जब बंटवारा हुआ, जबकि लाइन ऑफ कंट्रोल खींच दी गई, तो बहुत ज्यादा तादाद में जो लोग हैं वो एक दूसरे से बिछड़े और दर्दनाक कहानियां अपने पीछे छोड़ गए। किसी की बहन अपनी भाई से बिछड़ गई, कोई छोटा बच्चा 2 साल का अपने माँ बाप से बिछड़ गया। दर्दनाक जो है वो अफसाने पीछे छोड़ गए। लेकिन फिर एक तवील खामोशी छा गई और 70 साल बाद इस नौजवान ने एक ऐसा काम किया कि जिसकी वजह से 100 सैकड़ों की तादाद में जो है वो इनको मैसेजेस आते हैं कि आपने कामयाबी से जो है मुख्तलिफ खानदानों के लोगों को मिलवाया, हम भी अपने बिछड़े हुए बहनों से मिलना चाहते हैं, भाइयों से मिलना चाहते हैं। ये इनकी एक मुख्तसर सी स्टोरी है, इनका एक मुख्तसर सा तारुफ है कि इन्होंने ये सोशल मीडिया का इस्तेमाल करते हुए कैसे जो है वो बूढ़े 80 साल 70 साल 75 साल के बूढ़े लोगों को, मैं तो कहूंगा कि वो उनकी एक आखिरी तमन्ना रही होगी कि पाकिस्तान में या इंडिया में किसी गांव में, किसी गली में, किसी टूटी हुई हवेली में जो उसका भाई था, मैं उससे मिल लूं, मैं उसकी शक्ल देख लूं। ये वो नौजवान हैं जिन्होंने ये किया और पाकिस्तान में रहते हुए ये पाकिस्तानी शहरी है और इन्होंने पाकिस्तान का जो इमेज है वो पूरी दुनिया में बुलंद किया। इनसे मैं तफसीली जानना चाहता हूं कि ये सफर इन्होंने कैसे शुरू किया और ये कैसे लेकर चल रहे हैं। जी सर, धन्यवाद जी ਤੁਹਾਡਾ ਬਹੁਤ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜਿਹੜੀ ਤੁਸੀਂ ਗੱਲ ਕੀਤੀ ਹੈ ਅਜ਼ੀਮ ਸ਼ਖਸੀਅਤ ਇਹ ਹੋ, ਅਸੀਂ ਤੁਹਾਡੇ ਜ਼ਬਾਨ ਤੋਂ ਤੁਹਾਡੀ ਗੱਲ ਲੈਂਦੇ ਹਾਂ ਔਰ ਤੁਹਾਡੇ ਕੰਨਾਂ ਤੱਕ ਪਹੁੰਚਾਉਂਦੇ ਹਾਂ। ਜੋ ਆਮ ਗੱਲਾਂ ਸੀ ਪਿੰਡ ਦੀਆਂ ਚੌਰਾਹੇ ਤੇ ਹੁੰਦੀਆਂ ਸਨ, ਬੋਰਡ ਦੇ ਥੱਲੇ ਬਹਿ ਕੇ ਜੋ ਲੋਕ ਗੱਲਾਂ ਕਰਦੇ ਸਨ 47 ਦੇ ਬਾਰੇ, ਅਸੀਂ ਉਹ ਗੱਲਾਂ ਜਿਹੜੀਆਂ ਨੇ ਰਿਕਾਰਡ ਕਰਕੇ ਬਸ ਲੋਕਾਂ ਤੱਕ ਪਹੁੰਚਾਈਆਂ। ਹੋਰ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈ। 47 ਪੰਜਾਬ ਦੇ ਸੀਨੇ ਤੇ ਇੱਕ ਐਸਾ ਜ਼ਖਮ ਹੈ ਜਿਨਨੇ ਲਗਭਗ 10 ਲੱਖ ਲੋਕ, 10 ਲੱਖ ਜੇ ਪੈਸਿਆਂ ਦੀ ਗਿਣਤੀ ਹੋਵੇ ਤਾਂ ਸਾਨੂੰ ਥੋੜਾ ਲੱਗਦਾ, ਲੇਕਿਨ ਜਦੋਂ ਇਨਸਾਨਾਂ ਦੀ ਗਿਣਤੀ ਹੁੰਦੀ ਹੈ ਤਾਂ 10 ਲੱਖ ਬਹੁਤ ਬੰਦਾ। 10 ਲੱਖ ਲੋਕ ਜਿਹੜੇ ਨੇ ਉਹਨਾਂ ਦਾ ਉਹ ਸ਼ਹੀਦ ਹੋਏ, ਇਸ ਧਰਤੀ ਤੇ ਕੁਰਬਾਨ ਹੋਏ। ਅਗਰ ਉਸ ਤੋਂ ਪਹਿਲੇ ਵੇਖਦੇ ਹਾਂ ਤਾਂ 93% ਜਿਹੜੀਆਂ ਕੁਰਬਾਨੀਆਂ ਨੇ ਆਜ਼ਾਦੀ ਲਈ ਉਹ ਪੰਜਾਬੀਆਂ ਦੀਆਂ ਸਨ। ਤੇ ਫਿਰ ਇਸੇ ਹੀ ਪੰਜਾਬ ਨੂੰ ਇਸੇ ਆਜ਼ਾਦੀ ਤੇ ਕੁਰਬਾਨ ਹੋਣਾ ਪਿਆ ਔਰ ਪੰਜਾਬ ਦੀ ਜਿਹੜੀ ਸੀਨੇ ਤੇ ਜੀ ਇੱਕ ਐਸੀ ਲਕੀਰ ਜਿਹੜੀ ਹੈ ਲਾ ਦਿੱਤੀ ਕਿ ਵੇਖ ਲਓ ਜਿਨ੍ਹਾਂ ਲੋਕਾਂ ਨੂੰ ਘਰ-ਬਾਰ ਛੱਡਣੇ ਪਏ, ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਆਪਣੇ ਘਰ ਨਹੀਂ ਜਾ ਸਕਦੇ। ਸੋ ਅਸੀਂ ਕੋਈ ਮਤਲਬ ਕਿ ਕੋਈ ਐ ਨਹੀਂ ਕਿ ਐਕਸਟਰਾ ਆਰਡਰਲੀ ਕੋਈ ਜਹਾਜ਼ ਥੱਲੇ ਲਾਤਾ ਨਹੀਂ, ਆਪਾਂ ਸਿੰਪਲ ਦੈਟ ਲੋਕਾਂ ਦੀਆਂ ਕਹਾਣੀਆਂ ਰਿਕਾਰਡ ਕੀਤੀਆਂ ਜੋ ਅਨਫੋਰਚੂਨੇਟਲੀ ਇੱਕ ਐਕਸੀਡੈਂਟਲੀ ਤੌਰ ਤੇ ਸ਼ੁਰੂ ਹੋਇਆ ਕੰਮ। ਔਰ ਪਿਛਲੇ 5 ਸਾਲ ਤੋਂ ਇੱਕ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਿੰਡਾਂ 'ਚ ਜਾਂਦੇ, ਸ਼ੁਰੂ 'ਚ ਥੋੜੀ ਜਿਹੀ ਸਾਨੂੰ ਮੁਸ਼ਕਿਲ ਹੋਈ ਕਿਉਂਕਿ ਹਰ ਬਜ਼ੁਰਗ ਇਹ ਪੁੱਛਦਾ ਸੀ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ। ਤੇ ਲੇਕਿਨ ਆਹਿਸਤਾ ਜਿਸ ਤਰ੍ਹਾਂ ਲੋਕਾਂ ਨੂੰ ਸਮਝ ਆਉਂਦੀ ਗਈ ਉਹ ਖੁਦ ਬ ਖੁਦ ਰਾਬਤਾ ਕਰਦੇ ਗਏ। ਹੁਣ ਅਗਰ ਮੈਂ ਗੱਲ ਕਰਾਂ ਕਿ ਮੇਰੇ ਕੋਲ ਹਜੇ ਵੀ ਮੈਂ ਅਗਲੇ 5-10 ਸਾਲ ਦਾ ਜਿਹੜਾ ਕੰਮ ਹੈ ਉਹ ਮੇਰੇ ਕੋਲ ਪਿਆ ਹੈ, ਪੈਂਡਿੰਗ ਪਿਆ। ਲੋਕਾਂ ਦੇ ਇੰਟਰਵਿਊਜ਼ ਨੇ, ਬਹੁਤ ਸਾਰੇ ਲੋਕ ਨਾਰਾਜ਼ ਵੀ ਹੋ ਜਾਂਦੇ ਕਿ ਭਾਈ ਤੁਸੀਂ ਆਉਂਦੇ ਨਹੀਂ, ਲੇਕਿਨ ਉਹ ਦੂਰ ਹੁੰਦੇ ਨੇ। ਪਾਰਟੀਸ਼ਨ ਦੇ ਵਿੱਚ ਜੇ ਆਪਾਂ ਨਜ਼ਰ ਦੌੜਾਉਂਦੇ ਹਾਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਦਾ, ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ। 1 ਕਰੋੜ ਲੋਕਾਂ ਨੇ ਮਾਈਗ੍ਰੇਸ਼ਨ ਕੀਤੀ। ਹੁਣ ਸਾਨੂੰ ਸਮਝਣਾ ਪਏਗਾ ਕਿ ਜੇ 1 ਕਰੋੜ ਲੋਕਾਂ ਨੇ ਮਾਈਗ੍ਰੇਸ਼ਨ ਹੋਈ ਹੈ ਤਾਂ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ? 3 ਕਰੋੜ। ਹਾਂਜੀ, ਠੀਕ ਹੈ, ਯਾਨੀ ਕਿ 33% ਲੋਕਾਂ ਦੀ ਮਾਈਗ੍ਰੇਸ਼ਨ ਹੋਈ ਹੈ। ਹੁਣ ਇਹਦੇ ਵਿੱਚ ਇਹ ਵੀ ਸਮਝਣਾ ਪਏਗਾ ਕਿ ਸਿੱਖ ਕਿੰਨੇ ਮਾਈਗ੍ਰੇਟ ਹੋਏ, ਮੁਸਲਮਾਨ ਕਿੰਨੇ ਹੋਏ, ਇਹ ਸਾਰੇ ਕੁਝ ਫੈਕਟਸ ਐਂਡ ਫਿਗਰਸ ਨੇ। ਠੀਕ ਹੈ, ਸੋ ਇਹਨੂੰ ਸਮਝਣ ਵਾਸਤੇ ਜਿਹੜਾ ਹੈ ਉਹ ਇੱਕ ਤੁਹਾਨੂੰ ਲੰਬੀ ਚੌੜੀ ਜਾਂਚ ਪੜਤਾਲ ਕਰਨੀ ਪਏਗੀ। ਅਮੂਮਨ ਅਗਰ ਜਦੋਂ ਆਪਾਂ ਇੰਡੀਆ ਦੀ ਕਿਤਾਬਾਂ ਫਰੋਲਦੇ ਹਾਂ ਤੇ ਉਹਨਾਂ ਦੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਜੀ ਨਹੀਂ ਜੀ ਮੁਸਲਮਾਨਾਂ ਨੇ ਜ਼ੁਲਮ ਬਹੁਤ ਕੀਤਾ ਸੀ। ਠੀਕ ਹੈ, ਔਰ ਅਗਰ ਜਦੋਂ ਅਸੀਂ ਪਾਕਿਸਤਾਨ ਦੀਆਂ ਕਿਤਾਬਾਂ ਫਰੋਲਦੇ ਹਾਂ, ਟੂ ਬੀ ਵੈਰੀ ਫਰੈਂਕ ਮੈਂ ਕਹਿ ਰਿਹਾ ਕਿ ਇਹ ਟਰੂ ਹੈ, ਸੱਚ ਹੈ ਕਿ ਤੁਸੀਂ ਕਿਤਾਬਾਂ ਪੜ੍ਹੋਗੇ ਤੇ ਮਾਸ਼ਰਤੀ ਇਲਮ ਦੇ ਵਿੱਚ ਆਏਗਾ ਜੀ ਸਿੱਖਾਂ ਤੇ ਹਿੰਦੂਆਂ ਨੇ ਮੁਸਲਮਾਨਾਂ। ਮੈਂ ਤੁਹਾਡੀ ਇਸ ਗੱਲ ਤੋਂ ਗੁਫ਼ਤਗੂ ਅੱਗੇ ਚੁੱਕਣਾ ਹੈ
ਤੇ ਮੈਂ ਵੀ ਪੰਜਾਬੀ 'ਚ ਹੀ ਸ਼ੁਰੂ ਹੋ ਗਿਆ ਅਸੀਂ ਪੰਜਾਬੀ ਸਾਰੇ ਭਰਾ ਆ। ਇਹ ਇਹਨਾਂ ਦਾ ਜਿਹੜਾ YouTube ਚੈਨਲ ਹੈ ਪੰਜਾਬੀ ਲਹਿਰ, ਉਹਦੀ ਖੂਬਸੂਰਤੀ ਇਹ ਹੀ ਹੈ ਜਿਹੜੀ ਇਹਨਾਂ ਨੇ ਹੁਣ ਥੋੜੀ ਜਿਹੀ ਇੱਕ ਗੱਲ ਕੀਤੀ ਹੈ ਕਿ ਕਿਹਦਾ ਜ਼ਿਆਦਾ ਨੁਕਸਾਨ ਹੋਇਆ। ਅਸੀਂ ਉਹਨਾਂ ਚੀਜ਼ਾਂ ਨੂੰ ਭੁਲਾਉਣਾ ਚਾਹੁੰਦੇ ਆ। ਹੁਣ ਅਸੀਂ ਯੂਰਪ ਦੇ ਵਿੱਚ ਬੈਠੇ ਆ, ਇੱਥੇ ਸਾਡੇ ਇੰਡੀਅਨ ਦੋਸਤ, ਹਿੰਦੂ, ਸਿੱਖ, ਬੰਗਲਾਦੇਸ਼ੀ, ਸ੍ਰੀਲੰਕਨ, ਸਾਰੇ ਅਸੀਂ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਆ। ਤੁਸੀਂ ਅਗਰ ਰਾਕੇਸ਼ ਭਾਈ ਵੱਲ ਜਿਹੜਾ ਨਾ ਤੁਸੀਂ ਕੈਮਰਾ ਕਰੋ ਤੇ ਜਿੰਨੀ ਦੇਰ ਤੁਹਾਨੂੰ ਦੱਸਣਗੇ ਨਹੀਂ, ਤੁਸੀਂ ਇਹੀ ਸਮਝੋਗੇ ਕਿ ਇਹ ਇੱਕ ਮੁਸਲਮਾਨ ਜਾਂ ਪੰਜਾਬੀ ਭਰਾ ਨੇ, ਪੰਜਾਬੀ ਬੜੀ ਅੱਛੀ ਬੋਲਦੇ ਨੇ। ਯਾਨੀ ਕਿ ਜ਼ਾਹਿਰ ਸਾਹਿਬ ਨੇ, ਇਹਨਾਂ ਦਾ ਪਾਕਿਸਤਾਨ ਅਟਕ ਤੋਂ ਤਾਲੁਕ ਹੈ। ਇਹ ਵਿੱਕੀ ਭਾਈ ਇੰਡੀਆ ਤੋਂ ਇਹਨਾਂ ਦਾ ਤਾਲੁਕ ਹੈ। ਮੈਂ ਪਾਕਿਸਤਾਨ ਤੋਂ ਆ। ਸਾਡੇ ਸਾਹਮਣੇ ਲਵਲੀ ਸਿੰਘ ਬੈਠੇ ਨੇ, ਜਿਹਨੇ ਜਿਹੜੇ ਦੱਸਣਗੇ ਨਹੀਂ, ਬੋਲਣਗੇ ਨਹੀਂ, ਜਾਂ ਜਿਹੜੇ ਲੋਕ ਇਹਨਾਂ ਨੂੰ ਨਹੀਂ ਜਾਣਦੇ ਉਹ ਇਹੀ ਕਹਿਣਗੇ ਕਿ ਇੰਡੀਆ ਤੋਂ ਨੇ, ਲੇਕਿਨ ਇਹ ਪਾਕਿਸਤਾਨੀ ਨੇ। ਇਹ ਇਹਨਾਂ ਦੀ ਜਿਹੜੀ ਨਾ ਇੱਕ ਖੂਬਸੂਰਤੀ ਇਹਨਾਂ ਦੇ ਕੰਟੈਂਟ ਦੀ, ਇਹ ਪੰਜਾਬੀ ਲਹਿਰ ਦੀ, ਕਿ ਇਹ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਇਨਸਾਨੀਅਤ ਦੇ ਜਜ਼ਬੇ ਨੂੰ ਜਿਹੜਾ ਨਾ ਉਹ ਅੱਗੇ ਲੈ ਕੇ ਚੱਲ ਰਹੇ ਨੇ ਤੇ ਇਹਨੂੰ ਇਹ ਪ੍ਰਮੋਟ ਕਰ ਰਹੇ ਨੇ। ਬਾਕੀ ਅਗਰ ਅਸੀਂ ਇਹਨੂੰ ਥੋੜਾ ਜਿਹਾ ਲਾਈਟ ਮੂਡ 'ਚ ਇਹ ਕਹੀਏ, ਇਹ ਲੋਕਾਂ ਦੇ ਜਜ਼ਬਾਤ ਨਾਲ ਵੀ ਖੇਡ ਰਹੇ ਨੇ ਇਹਦਾ ਤਾਂ ਕੋਈ ਇਲਜ਼ਾਮ ਹੈ, ਲੇਕਿਨ ਉਹ ਜਿਹੜਾ ਤੁਸੀਂ ਸ਼ਾਇਰਾਨਾ ਜਜ਼ਬਾਤ ਨਾ ਲਵੋ ਕਿ ਜੇ ਮੇਰੇ ਜਜ਼ਬਾਤ ਨਾਲ ਇਹ ਖੇਡ ਗਿਆ, ਇਹ ਲੋਕਾਂ ਦੇ ਜਜ਼ਬਾਤ ਨਾਲ ਖੇਲ ਰਹੇ ਨੇ। ਕਿ ਤੁਸੀਂ ਅਗਰ YouTube ਤੇ ਜਾ ਕੇ ਇਹਨਾਂ ਦੀਆਂ ਵੀਡੀਓਜ਼ ਦੇਖੋ ਤੇ ਲੋਕਾਂ ਦੇ ਆਂਸੂ, ਜਦੋਂ 70 ਸਾਲ ਬਾਅਦ ਇੱਕ ਬੁੱਢਾ ਜਿਹੜਾ ਮੌਤ ਦੇ ਕਰੀਬ ਹੈ, ਜਿਹੜਾ ਬੰਦਾ ਉਹ ਆਪਣੇ ਭਰਾ ਨੂੰ ਮਿਲ ਰਿਹਾ ਹੈ ਤੇ ਲੋਕਾਂ ਦੇ ਆਂਸੂ ਨਹੀਂ ਰੁਕਦੇ। ਇਹ ਇੱਕ ਮਤਲਬ ਖਿਦਮਤ, ਇਨਸਾਨੀ ਖਿਦਮਤ ਦਾ ਕੰਮ ਤੇ ਕਰ ਹੀ ਰਹੇ ਨੇ, ਲੇਕਿਨ ਇੱਕ ਬਹੁਤ ਜਜ਼ਬਾਤੀ ਵੀ ਹੈ ਇਹ ਇਹਨਾਂ ਦਾ ਟੌਪਿਕ ਜਿਹੜਾ ਇਹਨੂੰ ਲੈ ਕੇ ਚੱਲ ਰਹੇ ਨੇ, ਬੜੀ ਕਾਮਯਾਬੀ ਨਾਲ ਚੱਲ ਰਹੇ ਨੇ। ਤੇ ਮੈਂ ਇਹਨਾਂ ਨੂੰ ਇੱਕ ਸਵਾਲ ਇੱਕ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਨੇ, ਜਦੋਂ ਦੋ ਵਿਛੜੇ ਹੋਏ ਭਰਾ 70 ਸਾਲ ਬਾਅਦ ਮਿਲਦੇ ਨੇ, ਉਹ ਆਪਸ ਵਿੱਚ ਜੱਫੀ ਪਾਉਂਦੇ ਨੇ ਤੇ ਉਹ ਮੇਰਾ ਵੀ ਜਿਹੜਾ ਨਾ ਆਂਸੂ ਨਿਕਲ ਗਏ। ਮੈਨੂੰ ਇੱਕ ਤਰ੍ਹਾਂ ਦਾ ਬੜਾ ਮਜ਼ਾ ਆਇਆ, ਜੀਣ ਦਾ ਮਜ਼ਾ ਆ ਗਿਆ। ਤੇ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਇਸ ਤਰ੍ਹਾਂ ਦੀਆਂ ਜੱਫੀਆਂ ਪਵਾਉਂਦੇ ਨੇ ਤੇ ਇਹਨਾਂ ਦੇ ਆਪਣੇ ਕੀ ਤਾਸਰਾਤ ਹੁੰਦੇ ਨੇ? ਬੜਾ ਔਖਾ ਸਵਾਲ ਤੁਸੀਂ ਪੁੱਛ ਲਿਆ ਹੈ। ਬਾਜ਼ ਔਕਾਤ ਯਕੀਨ ਕਰੋ ਕਿ ਇੰਟਰਵਿਊ ਕਰਦਿਆਂ ਹੋਇਆ ਅਸੀਂ ਇੰਨੇ ਕੁ ਭਾਵੁਕ ਹੋ ਜਾਂਦੇ ਆ ਕਿ ਸਵਾਲ ਪੁੱਛ ਜਾਂਦਾ। ਅਸੀਂ ਇਸ ਕੰਮ ਦੇ ਵਿੱਚ ਇੰਨੇ ਕੁ ਅੰਦਰ ਚਲੇ ਗਏ ਆ ਕਿ ਇੰਝ ਲੱਗਦਾ ਹੈ ਕਿ ਬਜ਼ੁਰਗਾਂ ਜਿਹੜੇ ਮੇਰੇ ਨਾਲ ਗੱਲਬਾਤ ਕਰ ਰਹੇ ਨੇ ਉਹ ਮੈਨੂੰ ਉਂਗਲੀ ਫੜ ਕੇ ਨਾ ਮੈਨੂੰ ਲੈ ਕੇ ਜਾ ਰਹੇ ਨੇ। ਮੈਨੂੰ ਇੱਕ ਚੀਜ਼ ਜਿਹੜਾ ਹੈ ਪੁਰਾਣਾ ਦਾ ਦਿਸਣ ਲੱਗ ਪਿਆ ਹੈ ਹੁਣ ਦੀ, ਜੇ ਮੈਂ ਗੱਲ ਕਰਾਂ, ਕਿਉਂਕਿ 1300 ਬਜ਼ੁਰਗਾਂ ਨੂੰ ਆਪਾਂ ਮਿਲ ਚੁੱਕੇ ਹਾਂ ਔਰ ਇੰਨੀ ਕੁ ਵੀਡੀਓ ਅਜੇ ਸਾਡੇ ਕੋਲ ਪੈਂਡਿੰਗ ਪਈਆਂ ਨੇ ਜਿਹਨੂੰ ਸਾਨੂੰ ਸਮਝ ਨਹੀਂ ਆਉਂਦਾ ਕਿ ਇਹਨੂੰ ਕਿਸ ਤਰ੍ਹਾਂ ਅਪਲੋਡ ਕਰੀਏ, ਕਿਉਂਕਿ ਬਹੁਤ ਸਾਰੇ ਲੋਕ ਇਹਦੇ 'ਚ ਉੱਚਾ ਸੁਣਨ ਵਾਲੇ ਨੇ। ਸੋ ਉਹਦੇ ਤੇ ਚੂੰਕਿ ਐਡੀਟਿੰਗ ਤੇ ਟਾਈਮ ਲੱਗਣਾ ਹੈ, ਸੋ 1300 ਵੀਡੀਓਜ਼ ਅਗਰ ਹੋਰ ਅਪਲੋਡ ਹੋਣਗੇ, ਤੁਸੀਂ ਅੰਦਾਜ਼ਾ ਲਾ ਲਓ ਕਿ 1300 ਵੀਡੀਓ ਅਗਰ ਇੱਕ ਦਿਨ ਦੀ ਇੱਕ ਵੀ ਹੋਵੇ ਤੇ ਇਹਨੂੰ 4 ਸਾਲ ਦਲਕਾਰ ਨੇ ਔਰ ਇਹਨੂੰ ਐਡੀਟਿੰਗ ਵਾਸਤੇ ਵੀ ਟਾਈਮ ਲੱਗਣਾ ਹੈ। ਔਰ ਇਸ ਚੀਜ਼ ਦੀ ਜਿਹੜੀ ਤੁਸੀਂ ਇੱਕ ਗੱਲ ਕੀਤੀ ਕਿ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ, ਜਿਹੜੀ ਸੈਕਿੰਡ ਜਨਰੇਸ਼ਨ ਹੈ, ਕਿਉਂਕਿ 1% ਲੋਕ ਰਹਿ ਚੁੱਕੇ ਨੇ ਜਿਹਨੇ ਪਾਰਟੀਸ਼ਨ ਦੇਖੀ। ਲੇਕਿਨ ਹੁਣ ਨੈਕਸਟ ਵੇਖੋ, ਜਿਸ ਤਰ੍ਹਾਂ ਸਾਡੇ ਕੋਲ ਪਰਵਿੰਦਰ ਸਿੰਘ ਢਿੱਲੋਂ ਜੀ ਬੈਠੇ ਹੋਏ ਨੇ, ਫਸਟ ਕਲਾਸ ਇੱਥੇ ਰਹਿ ਰਹੇ ਨੇ ਆਪਣਾ ਜਰਮਨੀ ਦੇ ਵਿੱਚ। ਇਹਨਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਲੇਕਿਨ ਇਹਨਾਂ ਦਾ ਪਿਆਰ ਸੀ, ਇਹਨਾਂ ਨਾਲ ਮੁਹੱਬਤ ਸੀ, ਜਿਹਨਾਂ ਨਾਲ ਗੱਲਬਾਤ ਹੁੰਦੀ ਸੀ ਫੋਨ ਤੇ। ਅਸੀਂ ਇਹਨਾਂ ਕੋਲ ਆ ਕੇ ਬੈਠੇ ਤੇ ਵੇਖ ਲਓ ਇੱਥੇ ਪਾਕਿਸਤਾਨ ਇੰਡੀਆ ਇਕੱਠਾ ਹੋ ਗਿਆ। ਭਾਈ ਸਾਹਿਬ ਅਟਕ ਤੋਂ ਨੇ, ਭਾਈ ਸਾਹਿਬ ਤੁਸੀਂ ਕਿਹੜਾ ਦੱਸਿਆ ਇਲਾਕਾ? ਦੇਹਰਾਦੂਨ ਤੋਂ ਨੇ, ਠੀਕ ਹੈ। ਮੈਂ ਨਨਕਾਣਾ ਸਾਹਿਬ ਤੋਂ ਆ। ਭਾਈ ਸਾਹਿਬ ਤੁਸੀਂ, ਤੁਹਾਡਾ ਕਿਹੜਾ ਇਲਾਕਾ ਹੈ? ਗੁਰਦਾਸਪੁਰ ਤੋਂ ਨੇ। ਡੇਰਾ ਬਾਬਾ ਨਾਨਕ ਬਿਲਕੁਲ ਬਾਰਡਰ ਦੇ ਲਾਗੇ ਨੇ ਤੇ ਇਹਨਾਂ ਨੇ ਕਦੀ ਉਹ ਕਰਤਾਰਪੁਰ ਸਾਹਿਬ 'ਚ ਰਹਿਰਾਸ ਹੁੰਦੀ ਹੋਈ ਸੁਣੀ ਹੋਏਗੀ, ਠੀਕ ਹੈ। ਇਸ ਤਰ੍ਹਾਂ ਤੁਹਾਡਾ ਇਲਾਕਾ ਲਾਹੌਰ ਹੈ। ਭਾਈ ਸਾਹਿਬ ਜੀ ਤੁਹਾਡਾ ਕਿਹੜਾ ਇਲਾਕਾ? ਜਲੰਧਰ ਡਿਸਟ੍ਰਿਕਟ। ਜਲੰਧਰ। ਵੇਖੋ ਪੰਜਾਬ ਦਾ ਸਾਰਾ ਇਕੱਠਾ ਹੋ ਗਿਆ ਨਾ ਇੱਥੇ। ਦੇਖੋ ਲਵਲੀ ਭਾਜੀ, ਇਹ ਤੇ ਇੱਕ ਕੁਦਰਤ ਨੇ ਅਸੂਲ ਬਣਾਇਆ ਹੈ, ਭਗਵਾਨ ਅੱਲਾ ਨੇ ਜਿਹੜਾ ਨਾ ਇੱਕ ਅਸੂਲ ਹੈ ਕਿ ਅਗਰ ਤੁਸੀਂ ਮੁਹੱਬਤ ਵੰਡੋਗੇ, ਹਾਂ ਜੀ, ਤੁਹਾਨੂੰ ਜਿਹੜਾ ਨਾ ਪਿਆਰ ਮੁਹੱਬਤ ਮਿਲੇਗੀ। ਪਿਆਰ ਵੰਡੋਗੇ ਤਾਂ ਪਿਆਰ ਹੀ ਮਿਲੇਗਾ, ਜੇ ਤੁਸੀਂ ਨਫ਼ਰਤ ਵੰਡੋਗੇ ਤਾਂ ਨਫ਼ਰਤ ਹੀ ਮਿਲੇਗੀ। ਜੇ ਤੁਸੀਂ ਪਿਆਰ ਵੰਡਦੇ ਹੋ ਤਾਂ ਤੁਹਾਨੂੰ ਇਹ ਸਾਰੇ ਲੋਕ ਇੱਥੇ ਪਿਆਰ ਦੇਣ ਵਾਸਤੇ ਆਏ ਨੇ। ਤੇ ਇਹ ਜ਼ਾਹਿਰ ਸਾਹਿਬ ਨੇ, ਇਹ ਬਿਜ਼ਨਸਮੈਨ ਨੇ, ਪਾਕਿਸਤਾਨੀ ਨੇ। ਇਹਨਾਂ ਕੋਲ ਅਸੀਂ ਪੁੱਛਨੇ ਆ ਕਿ ਜਿਹੜੇ ਲਵਲੀ ਭਾਜੀ ਕੰਮ ਕਰ ਰਹੇ ਨੇ, ਇਹ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਨੇ। ਆਓ ਭਾਈ, ਤੁਸੀਂ ਵੀ ਇੱਥੇ ਬੈਠੋ। ਐਸੀ ਵੀ ਸਿੱਧੀ ਕੋਈ ਯਾਦ ਨਹੀਂ ਹੈ ਕਿ ਗੱਪਸ਼ਪ ਹੋ ਰਹੀ ਹੈ ਸਾਡੀ।
ਵੈਸੇ ਮੈਂ ਤੁਹਾਡੇ ਕੋਲ ਕੁਐਸਚਨ ਕਰ ਲੈਣਾ, ਤੁਸੀਂ ਅਟਕ ਤੋਂ ਹੈਗੇ ਹੋ ਜੀ ਤੇ ਅਟਕ ਤੋਂ ਤੁਹਾਡੇ ਵਡਵਡੇਰਿਆਂ ਦਾ ਇਲਾਕਾ ਉਹੀ ਸੀ? ਜੀ ਵਡਵਡੇਰਾ ਦਾ ਹੋਈ ਸੀ। ਅਟਕ ਦਾ ਪੁਰਾਣਾ ਨਾਮ ਮੇਰੇ ਜ਼ਿਹਨ ਚ ਕੈਂਬਲਪੁਰ, ਤੇ ਅਟਕ ਦੇ ਵਿੱਚ ਸਾਡਾ ਬਹੁਤ ਖੂਬਸੂਰਤ ਇੱਕ ਸਥਾਨ ਹੈ ਪੰਜਾ ਸਾਹਿਬ। ਜੀ ਬਿਲਕੁਲ। ਕਦੀ ਚੱਕਰ ਲੱਗਾ ਉਸ ਜੀ ਹਸਨ ਅਬਦਾਲ ਹਾਂਜੀ, ਹਸਨ ਅਬਦਾਲ। ਬਿਲਕੁਲ ਚੱਕਰ ਲੱਗਿਆ। ਵੈਸੇ ਤੁਹਾਡੇ ਵਡਵਡੇਰੇ ਕਿੱਥੋਂ ਦੇ ਸੀਗੇ? ਉਹ ਅਟਕ ਦੇ ਅਟਕ ਦੇ ਸੀਗੇ। ਤਾਂ ਕੋਈ ਬਜ਼ੁਰਗਾਂ ਨੇ ਦੱਸਿਆ ਕਿ ਅਟਕ ਦੇ ਵਿੱਚ ਕੋਈ ਸਿੱਖ ਤੇ ਫੈਮਿਲੀਜ਼ ਰਹਿੰਦੀਆਂ ਸਨ ਜਾਂ? हाँ काफी ज्यादा सन फैमिली है क्योंकि हसन अब्दाल नजदीक है ਤੇ ਉਸ ਵਿੱਚ ਜਦੋਂ ਕਾਫੀ ਫੈਮਲੀਆਂ ਚਲੇ ਆਉਂਦੀਆਂ ਸਨ। ਸਹੀ ਸਹੀ। ਤੁਸੀਂ ਵੀ ਕੋਈ ਕੁਐਸਚਨ ਕਰਨਾ? ਮੈਂ ਅਗਲਾ ਸਵਾਲ ਕਰਨਾ ਹੈ ਰਕੇਸ਼ ਭਾਈ ਨਾਲ। ਇਹਨਾਂ ਦਾ ਤਾਲੁਕ ਜਿਹੜਾ ਹੈ ਉਹ ਦੇਹਰਾਦੂਨ ਇੰਡੀਆ ਦਾ ਇੱਕ ਸ਼ਹਿਰ ਹੈ ਉਹਦੇ ਨਾਲ ਹੈ। ਪਿਛਲੇ ਅਰਸਾ ਦਰਾਜ਼ ਤੋਂ ਜਿਹੜਾ ਨਾ ਇਹ ਆਪਣੀ ਤਾਲੀਮ ਮੁਕੰਮਲ ਕਰਕੇ ਇੱਥੇ ਕਾਰੋਬਾਰ ਕਰ ਰਹੇ ਨੇ ਤੇ ਇਹ ਮੇਰੇ ਦੋਸਤ ਵੀ ਨੇ, ਇਹਨਾਂ ਦੇ ਉਹ ਵੀ ਪਾਕਿਸਤਾਨੀ ਬੜੇ ਅੱਛੇ ਦੋਸਤ ਨੇ ਤੇ ਜਿਹੜਾ ਲਵਲੀ ਭਾਈ ਕੰਮ ਕਰ ਰਹੇ ਨੇ ਇਹਨਾਂ ਕੋਲ ਪੁੱਛਣੇ ਆ ਕਿ ਇਹਨਾਂ ਦੇ ਕੀ ਖਿਆਲਾਤ ਨੇ ਜਿਹੜਾ ਹੈ ਲਵਲੀ ਭਾਈ ਇਨਸਾਨੀਅਤ ਵਾਸਤੇ ਕੰਮ ਕਰ ਰਹੇ ਨੇ। ਜੀ ਰਾਕੇਸ਼ ਭਾਈ। ਦੇਖੋ ਅਗਰ ਤੁਸੀਂ ਮੇਰਾ ਮਾਇਨੇ ਪੁੱਛੋਗੇ ਤਾਂ ਇਸ ਤੋਂ ਵਧੀਆ ਕੰਮ ਹੋ ਹੀ ਨਹੀਂ ਸਕਦਾ ਦੁਨੀਆ ਦੇ ਵਿੱਚ ਕੋਈ, ਕਿਉਂਕਿ ਇਹਨਾਂ ਨੇ ਇਨਸਾਨੀਅਤ ਜਿਹੜੀ ਚੁਣੀ ਹੈਗੀ, ਇਨਸਾਨੀਅਤ ਦਾ ਰਸਤਾ ਚੁਣਿਆ ਹੈਗਾ ਵਿਛੜਨ ਨੂੰ ਮਿਲਾਉਣ ਦਾ, ਉਹ ਸਭ ਤੋਂ ਬੈਸਟ ਹੈਗਾ। ਔਰ ਜੋ ਸਕੂਨ ਇਹਨਾਂ ਨੂੰ ਮਿਲਦਾ ਹੈਗਾ ਮੇਰੇ ਖਿਆਲ ਨਾਲ ਉਹ ਅਰਬੋਂ ਰੁਪਈਆ ਕਮਾਉਣ ਵਾਲੇ ਨੂੰ ਵੀ ਨਹੀਂ ਮਿਲਦਾ ਹੋਊਗਾ। ਅੱਛਾ ਰਾਕੇਸ਼ ਭਾਈ, ਮੈਂ ਤਾਂ ਤੁਹਾਡਾ ਕੋਈ ਕੁਐਸਚਨ ਹੈ ਕਿ ਕਿਆ ਤੁਹਾਡਾ ਵੀ ਕੋਈ ਪਾਕਿਸਤਾਨ ਦੇ ਨਾਲ ਕੋਈ ਕਨੈਕਸ਼ਨ ਹੈ ਸੀਗਾ? ਨਹੀਂ ਐਕਚੁਅਲੀ ਮੇਰਾ ਤਾਂ ਨਹੀਂ, ਕਿਉਂਕਿ ਮੈਂ ਤਾਂ ਦੇਹਰਾਦੂਨ ਤੋਂ ਥੋੜੀ ਦੂਸਰੀ ਜਗ੍ਹਾ ਤੋਂ ਸੀਗਾ, ਪਰ ਮੇਰੇ ਮਦਰ ਫਾਦਰ ਜਿਹੜੇ ਹੈਗੇ ਉਹ ਨਕੋਦਰ ਪੰਜਾਬ ਤੋਂ ਹੈਗੇ ਆ। ਅੱਛਾ, ਉਹਨੇ ਮੈਂ ਤੁਹਾਡੇ ਮਦਰ ਫਾਦਰ ਮਤਲਬ ਬਲੱਡ 'ਚ ਜਿੱਦਾਂ ਮਾਤਾ ਜੀ ਜਾਂ ਪਿਤਾ ਜੀ ਕੋਈ ਪਾਰਟੀਸ਼ਨ ਦੇ ਵਿੱਚ ਉਹਨਾਂ ਦਾ ਕੋਈ ਆਣ ਜਾਣ ਹੋਇਆ ਪਾਰਟੀਸ਼ਨ 'ਚ? ਨਹੀਂ ਸਾਡਾ ਮੇਰੇ ਨੌਲੇਜ ਨਹੀਂ ਹੈਗਾ। ਅਗਰ ਉਹਨਾਂ ਲੇਕਿਨ ਇਹਦੇ ਬਾਵਜੂਦ ਇਹ ਵੱਡੀ ਗੱਲ ਹੈ ਜੇ ਤੁਹਾਡਾ ਹੈ ਵੀ ਨਹੀਂ ਸੀ ਤੇ ਫਿਰ ਵੀ ਤੁਸੀਂ ਜੁੜੇ ਹੋਏ ਹੋ, ਤੇ ਇਹ ਮਤਲਬ ਬਹੁਤ ਵੱਡੀ ਗੱਲ ਹੈ। ਦੇਖੋ ਮੈਂ ਤਾਂ ਇਨਸਾਨੀਅਤ ਨੂੰ ਮੰਨਦਾ ਹੈਗਾ। ਅਗਰ ਜੋ ਕੋਈ ਵੀ ਨੇਕ ਕੰਮ ਕਰ ਰਿਹਾ, ਅੱਛੀ ਨੀਅਤ ਦੇ ਨਾਲ ਕੰਮ ਕਰ ਰਿਹਾ ਹੈਗਾ, ਉਹੀ ਸਭ ਤੋਂ ਵੱਡਾ ਕੰਮ ਹੈ। ਉਹ ਇਹਦਾ ਮਤਲਬ ਇਹ ਹੈ ਕਿ ਉਹ ਇਬਾਦਤ ਕਰ ਰਿਹਾ ਹੈਗਾ, ਤੇ ਉਹਦੇ ਵਾਸਤੇ ਉਹ ਚਰਚ ਜਾਵੇ, ਮੰਦਿਰ ਜਾਵੇ, ਤੇ ਜਿਹੜੀ ਉੱਥੇ ਜਾਂਦੇ ਹੈਗੇ ਦਰਗਾਹ ਵਗੈਰਾ ਜਾਂਦੇ ਹੈਗੇ, ਲੇਕਿਨ ਉਤੋਂ ਵੀ ਵੱਡਾ ਕੰਮ ਜਿਹੜਾ ਹੈਗਾ ਇਹਨਾਂ ਦਾ ਹੈਗਾ, ਜਿਹੜਾ ਇੱਕ ਦੂਸਰੇ ਨੂੰ ਮਿਲਾ ਰਿਹਾ। ਬਿਲਕੁਲ ਜੀ, ਜਿਹੜਾ ਇਨਸਾਨੀਅਤ ਹੈ ਉਹ ਮਤਲਬ ਸਭ ਤੋਂ ਵੱਡਾ ਮਜ਼ਹਬ ਹੈ। ਤੁਸੀਂ ਲੋਕਾਂ ਵਿੱਚ ਪਿਆਰ ਵੰਡਦੇ ਹੋ। ਮੈਂ ਗੱਲ ਨੂੰ ਥੋੜਾ ਅੱਗੇ ਵਧਾਉਣਾ ਹੈ, ਫਿਰ ਅਸੀਂ ਆਪਣਾ ਪ੍ਰੋਗਰਾਮ ਖਤਮ ਕਰਨੇ ਆ। ਥੋੜਾ ਅਸੀਂ ਦੂਸਰੇ ਪਾਸੇ ਲੈ ਕੇ ਜਾਂਦੇ ਹਾਂ ਗੱਲ ਨੂੰ ਕਿ ਪੰਜਾਬੀ ਲਹਿਰ ਤੁਹਾਡਾ ਜਿਹੜਾ YouTube ਚੈਨਲ ਹੈ, ਮੇਰਾ ਵੀ ਇੱਕ YouTube ਚੈਨਲ ਮੈਂ ਨਵਾਂ ਸ਼ੁਰੂ ਕੀਤਾ ਹੈ ਓਵਰਸੀਜ਼ ਉਰਦੂ, ਕਿਉਂਕਿ ਯੂਰਪ 'ਚ ਨੇ ਤੇ ਇਸ ਤੋਂ ਜਿਹੜਾ ਨਾ ਓਵਰਸੀਜ਼ ਉਰਦੂ ਜਿਹੜਾ ਨਾ ਉਹਦੇ ਤੇ ਵੀ ਤੁਸੀਂ ਇਹ ਦੇਖ ਪਾਓਗੇ ਸਾਡਾ ਪ੍ਰੋਗਰਾਮ। ਪੰਜਾਬੀ ਲਹਿਰ ਜਿਹੜਾ ਹੈ, ਪੰਜਾਬੀਆਂ ਨੂੰ ਤੁਸੀਂ ਮਿਲਾਇਆ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ। ਇੱਕ ਇੰਡੀਆ ਦੇ ਮਾਰੂਫ ਜਿਹੜੇ ਫਿਲਮ ਸਟਾਰ ਗਿੱਪੀ ਗਰੇਵਾਲ ਵੀ ਪਾਕਿਸਤਾਨ ਆਏ, ਆਪਣਾ ਜਿਹੜਾ ਉਹ ਪਿੰਡ ਉਹਨਾਂ ਨੇ ਵੇਖਿਆ, ਜ਼ਰੀਆ ਤੁਸੀਂ ਬਣੇ। ਇਸ ਤੋਂ ਇਲਾਵਾ ਜਿਹੜੇ ਪਾਕਿਸਤਾਨ ਦੇ ਦੂਸਰੇ ਇਲਾਕੇ ਨੇ, ਸਿੰਧ ਹੈ, ਗੁਜਰਾਤ, ਹੈਦਰਾਬਾਦ, ਇੰਡੀਆ ਵਿੱਚ ਵੀ ਦੂਸਰੇ ਪੰਜਾਬ ਤੋਂ ਹਟ ਕੇ ਇਲਾਕੇ ਨੇ, ਉਹ ਵੀ ਮੁਤਾਸਰ ਲੋਕ ਹੋਏ ਜਦੋਂ ਪਾਰਟੀਸ਼ਨ ਹੋਈ। ਤੇ ਤੁਹਾਡੇ ਨਾਲ ਦੂਸਰੇ ਹਿੰਦੂ ਲੋਕ, ਦੂਸਰੇ ਸੂਬੇ ਦੇ ਜਿਹੜੇ ਲੋਕ ਨੇ ਉਹ ਵੀ ਰਾਬਤਾ ਕਰਦੇ ਨੇ, ਪੂਰੀ ਦੁਨੀਆ ਤੋਂ ਲੋਕ ਰਾਬਤਾ ਕਰਦੇ ਨੇ। ਤੇ ਜਦੋਂ ਤੁਹਾਡੇ ਨਾਲ ਰਾਬਤਾ ਕਰਦੇ ਨੇ ਤੇ ਜਿਹੜੀ ਅਗਰ ਤੁਸੀਂ ਬਿਊਰੋਕ੍ਰੇਸੀ ਨੂੰ ਦੇਖੋ ਇੰਡੀਆ ਪਾਕਿਸਤਾਨ ਦੀ, ਤੇ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਇਸ਼ੂ ਹੁੰਦੇ ਨੇ ਉਹਦੇ ਵਿੱਚ ਤੁਹਾਨੂੰ ਫੇਵਰ ਦਿੰਦੇ ਨੇ, ਆਸਾਨੀਆਂ ਦਿੰਦੇ ਨੇ, ਇਨਸਾਨੀਅਤ ਨੂੰ ਮੱਦੇਨਜ਼ਰ ਰੱਖਦੇ ਹੋਇਆ, ਜਾਂ ਕਿ ਫਿਰ ਕਾਨੂੰਨ ਹੀ ਹੁੰਦਾ ਹੈ। ਇਹਦੇ ਬਾਰੇ ਤੁਸੀਂ ਥੋੜਾ ਸਾਨੂੰ ਦੱਸੋ। ਚਲੋ ਜੀ, ਇਹ ਤੁਸੀਂ ਬਹੁਤ ਮੇਰੇ ਕੋਲ ਮੁਸ਼ਕਲ ਸਵਾਲ ਪੁੱਛ ਰਹੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਗਿੱਪੀ ਦੀ ਗੱਲ ਕੀਤੀ, ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਰਦਾਰ ਮਨਮੋਹਨ ਸਿੰਘ ਇਹਨਾਂ ਦਾ ਮਿਲਖਾ ਸਿੰਘ ਨਾਲ ਜਿਹੜੀ ਜਦੋਂ ਮੇਰੀ ਗੱਲ ਹੋਈ ਸੀ ਫੋਨ ਤੇ ਮੈਨੂੰ ਯਾਦ ਹੈ ਉਹਨੇ ਕਿਹਾ ਕਿ ਯਾਰ ਲਵਲੀ ਹੁਣ ਤਾਂ ਆਖਰੀ ਖੁਆਇਸ਼ ਹੈ ਆਪਣਾ ਪਿੰਡ ਵੇਖਣ ਦੀ, ਲੇਕਿਨ ਉਸ ਤੋਂ ਬਾਅਦ ਕੋਵਿਡ ਆ ਗਿਆ ਔਰ ਉਹਨਾਂ ਦੀ ਅਕਾਲ ਚਲਾਣਾ ਕਰ ਗਿਆ। ਹੋਰ ਇਸ ਤਰ੍ਹਾਂ ਮਿਲਖਾ ਸਿੰਘ ਨੇ ਕਿਹਾ? ਹਾਂਜੀ, ਮਿਲਖਾ ਸਿੰਘ ਨੇ ਮੈਨੂੰ ਕਿਹਾ, ਬਲਕਿ ਮੈਨੂੰ ਤਾਂ ਬਹੁਤ ਸਾਰੇ ਐਸੇ ਲੋਕਾਂ ਨੇ ਕਿਹਾ, ਜਿਹੜਾ ਤਾਰਕ ਅਜ਼ੀਜ਼ ਉਹ ਜਲੰਧਰ ਤੋਂ ਸੀਗੇ, ਤੇ ਮੈਂ ਉਹਨਾਂ ਨੂੰ ਬੜਾ ਮਿਸ ਕੀਤਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਜਿੱਦਾਂ ਹੀ ਠੀਕ ਹੋਵਾਂਗਾ ਤੇ ਲਵਲੀ ਮੈਂ ਤੈਨੂੰ ਮਿਲਾਂਗਾ, ਲੇਕਿਨ ਫਿਰ ਉਹਨਾਂ ਦੀ ਆਫਟਰ 7 to 8 ਡੇਜ਼ ਔਰ ਬੜੇ ਅੱਛੀ ਸ਼ਖਸੀਅਤ ਸਨ। ਇਸੇ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਵੀਜ਼ਾ ਪ੍ਰੋਸੈਸ ਦੀ। ਦੇਖੋ ਇਸ ਵੇਲੇ ਇੱਕ ਤਾਂ ਲੋਕਾਂ ਨੂੰ ਪਤਾ ਨਹੀਂ, ਸਾਡੇ ਲੋਕ ਬੜੇ ਉਹ ਨੇ ਸਾਦਾ ਨੇ, ਤੇ ਜਿਸ ਤਰ੍ਹਾਂ 47 ਚ ਵੀ ਇਹ ਸਾਦਗੀ ਸੀਗੀ ਕਿ ਜੀ ਉਹ ਪਿੰਡ ਲੁੱਟਿਆ ਗਿਆ, ਉਧਰ ਸਿੱਖਾਂ ਨੇ ਮੁਸਲਮਾਨ ਨੂੰ ਮਾਰਤਾ, ਉਧਰ ਮੁਸਲਮਾਨ ਸਿੱਖਾਂ ਨੂੰ ਮਾਰਤਾ, ਸਪੀਕਰ ਖੁੱਲ ਗਏ, ਲੋਕਾਂ ਨੇ ਮੰਨ ਲਈ ਗੱਲ, ਸਰਚ ਨਹੀਂ ਕੀਤਾ ਹੋਇਆ। ਇਸੇ ਤਰ੍ਹਾਂ ਹੁਣ ਲੋਕਾਂ ਨੂੰ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਫੀਲਿੰਗਸ ਹੈ ਨੇ, ਠੀਕ ਹੈ, ਲੇਕਿਨ ਹੁਣ ਕੀ ਹੈ ਕਿ ਉਹ ਆਸਾਨੀ ਕੋਈ ਨਹੀਂ ਹੈ ਇਹਦੇ 'ਚ। ਅਗਰ ਤੁਸੀਂ ਚੱਲ ਜਾਓਗੇ ਅੰਬੈਸੀ ਦੇ ਵਿੱਚ ਤੇ ਤੁਹਾਨੂੰ ਇਹ ਨਹੀਂ ਦੱਸਣਗੇ ਕਿ ਇਹ ਲਿਆ, ਉਹ ਕਹਿਣਗੇ ਤੁਹਾਨੂੰ ਇੰਡੀਆ ਤੋਂ ਇਨਵੀਟੇਸ਼ਨ ਮੰਗਾ। ਉਹ ਇੰਡੀਆ 'ਚ ਅਗਰ ਉਹਦਾ ਕੋਈ ਇਸ ਤਰ੍ਹਾਂ ਜਾਣ ਵਾਲਾ ਹੁੰਦਾ ਤੇ ਫਿਰ ਤੇ ਬਹੁਤ ਆਸਾਨੀ ਹੋਣੀ। ਹੋਣਾ ਤੇ ਇਹ ਚਾਹੀਦਾ ਹੈ ਕਿ ਵੇਖੋ ਜੀ,
ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ, ਅਸੀਂ ਤੁਹਾਡੇ ਘਰ ਉਜਾੜੇ, ਠੀਕ ਹੈ ਜੀ, ਅਸੀਂ ਇਸ ਚੀਜ਼ ਦੇ ਜ਼ਿੰਮੇਦਾਰ ਹਾਂ, ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ। ਤੇ ਇਹ ਜੋ ਵਾਘਾ ਬਾਰਡਰ ਤੇ ਇੱਕ ਹੋਣਾ ਚਾਹੀਦਾ ਹੈ ਕਿ ਜਿਹੜਾ ਬੰਦਾ 60 ਸਾਲ ਤੋਂ ਉੱਪਰ ਦਾ ਹੈ ਉਹ ਬੰਦੇ ਨੂੰ ਬਗੈਰ ਵੀਜ਼ੇ ਤੋਂ ਇਹ ਜੀ 7 ਦਿਨ ਦਾ ਤੁਹਾਡਾ ਵੀਜ਼ਾ ਜਾਓ ਜੀ, ਮੇਰੇ ਖਿਆਲ ਚ ਇਹ ਹੋਣਾ ਚਾਹੀਦਾ, ਉਹ ਪੋਸੀਬਲ ਹੈ। ਕਿਉਂਕਿ ਜਦੋਂ ਅਸੀਂ 2014 ਦੇ ਵਿੱਚ ਲਾਲਪੁਰ ਦੇ ਵਿੱਚ ਇੱਕ ਯੂਨੀਵਰਸਿਟੀ 'ਚ ਅਸੀਂ ਕਰਤਾਰਪੁਰ ਦੀ ਗੱਲ ਕੀਤੀ ਸੀ ਤੇ ਮੈਨੂੰ ਬੜਾ ਨੈਗੇਟਿਵ ਮੇਰੇ ਤੇ ਕੁਐਸਚਨ ਕੀਤੇ ਗਏ ਸੀ ਕਿ ਯਾਰ ਇਹ ਕਿੰਜ ਪੋਸੀਬਲ ਹੈ, ਜੇ ਕਰਤਾਰਪੁਰ ਸਾਹਿਬ ਤੁਸੀਂ ਦਰਮਿਆਨ 'ਚ ਕੀ ਲਾਓਗੇ, ਆਪਣਾ ਦੀਵਾਰ ਕਰ ਦੋਗੇ, ਜਿਹੜੇ ਇਧਰ ਵਾਲੇ ਲੋਕ ਫਿਰ ਕਿਸ ਤਰ੍ਹਾਂ ਮਿਲਣਗੇ, ਤੁਹਾਡੇ ਚੀਜ਼ ਹੀ ਗਲਤ ਹੈ, ਤੁਹਾਡੀ ਸੋਚ ਹੀ ਗਲਤ ਹੈ। ਲੇਕਿਨ ਉਹ ਹੋਇਆ, ਠੀਕ ਹੈ। ਔਰ ਇਹ ਨਹੀਂ ਕਿ ਮੈਂ ਗਿਆ, ਇਹ 1997 ਤੋਂ ਇੱਕ ਗੱਲ ਚੱਲੀ ਆ ਰਹੀ ਸੀਗੀ, ਲੇਕਿਨ ਉਹ ਇਹ ਵੀ ਪੋਸੀਬਲ ਹੈ ਕਿ ਹੁਣ ਸਾਡੇ ਕੋਲ ਮਿਲਣ ਦਾ ਜਿਹੜਾ ਟਾਈਮ ਹੈ, ਅਮਰੀਕਾ ਕੈਨੇਡਾ 'ਚ ਕੋਈ ਨਹੀਂ, ਆਪਸ 'ਚ ਲੜਦੇ ਤਾਂ ਪਾਕਿਸਤਾਨ ਇੰਗਲੈਂਡ ਪਤਾ ਨਹੀਂ ਕੀ ਹੋ ਜਾਂਦਾ। ਫਿਰ ਉਹਨਾਂ ਨੇ ਤੁਹਾਡੀ ਇਹ ਗੱਲ ਮੰਨੀ, ਵੀਜ਼ਾ ਜਿਹੜਾ ਉਹ ਬਜ਼ੁਰਗਾਂ ਨੂੰ ਦੇ ਰਹੇ ਨੇ ਜਾਂ ਹਜੇ ਨਹੀਂ? ਇਹਦੇ ਵਿੱਚ ਪ੍ਰੋਬਲਮ ਹਜੇ ਵੀ ਹੈ, ਠੀਕ ਹੈ, ਪ੍ਰੋਬਲਮ ਹਜੇ ਵੀ ਹੈ। ਇੱਕ ਲਿਮਿਟਿਡ ਟਾਈਮ ਦੇ ਵਿੱਚ, ਜਿੱਦਾਂ ਮਤਲਬ ਹੁਣ ਲੈਟਰ ਲਿਖ ਕੇ ਉਹਨਾਂ ਨੂੰ ਚਿੱਠੀਆਂ ਪਾ ਕੇ ਦੋਵਾਂ ਪਾਸੇ, ਤਾਂ ਇਹ ਫਾਇਦਾ ਜ਼ਰੂਰ ਹੋਇਆ ਹੈ ਕਿ ਉਹਨਾਂ ਨੇ ਸਾਨੂੰ ਸਕੈਜੂਅਲ ਦੇ ਦਿੱਤਾ ਕਿ ਜੀ ਤੁਸੀਂ ਇਸ ਟਾਈਮ ਤੁਹਾਡੇ ਜੋ ਮਹਿਮਾਨ ਹੋਣਗੇ ਤੁਸੀਂ ਜੱਥਿਆਂ 'ਚ ਲਿਜਾ ਸਕਦੇ ਹੋ ਤੇ ਤੁਸੀਂ ਸਾਨੂੰ ਇੱਕ ਐਪਲੀਕੇਸ਼ਨ ਦੇ ਕੇ ਤੁਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਫਿਰਾ ਸਕਦੇ ਹੋ। ਇਹ ਪਰਸਨਲ ਮੇਰੇ ਵਾਸਤੇ ਇੱਕ ਫੇਵਰ ਹੈ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ, ਲੇਕਿਨ ਹਜੇ ਇਹਦੇ 'ਚ ਕਾਫੀ ਮੁਸ਼ਕਲਾਂ ਹੈ ਨੇ। ਅਸੀਂ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਅਸੀਂ ਰਿਕੁਐਸਟ ਕਰ ਦਿੰਦੇ ਹਾਂ ਕਿ ਜਿਹੜੇ ਇੰਡੀਆ ਜਾਂ ਪਾਕਿਸਤਾਨੀ ਇੱਕ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਓਵਰਸੀਜ਼ ਨੇ, ਜਿਹੜੇ ਸਾਲਾਨਾ ਬਿਲੀਅਨਸ ਯੂਰੋ ਡਾਲਰਸ ਜਿਹੜਾ ਨਾ ਉਹ ਇੰਡੀਆ ਜਾਂ ਪਾਕਿਸਤਾਨ ਭੇਜਦੇ ਨੇ ਤਾਂ ਕਿ ਇੰਡੀਆ ਜਾਂ ਪਾਕਿਸਤਾਨ ਦੀ ਇਕਨੋਮੀ ਥੋੜੀ ਬਹੁਤ ਸਟੇਬਲ ਕਰੇ, ਤੇ ਉਹ ਕਰਦੀ ਵੀ ਹੈ। ਮੈਂ ਇੱਕ ਪੈਗਾਮ ਜਿਹੜਾ ਹੈ ਨਾ ਉਹ ਦੇਣਾ ਚਾਹੁੰਦਾ ਹਾਂ ਫੋਰਨ ਮਿਨਿਸਟਰੀਜ਼ ਨੂੰ, ਪਾਕਿਸਤਾਨੀ ਤੇ ਇੰਡੀਅਨ ਫੋਰਨ ਮਿਨਿਸਟਰੀਜ਼ ਨੂੰ ਵੀ ਨਹੀਂ, ਤੇ ਜਿਹੜੀ ਇੰਡੀਅਨ ਐਮਬੈਸੀ ਹੈ ਪਾਕਿਸਤਾਨ ਦੇ ਵਿੱਚ ਜਾਂ ਪਾਕਿਸਤਾਨੀ ਜਿਹੜੀ ਐਮਬੈਸੀ ਇੰਡੀਆ ਦੇ ਵਿੱਚ, ਕਿ ਤੁਸੀਂ ਇੱਕ ਇਨਸਾਨੀਅਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ, ਜਿਸ ਤਰ੍ਹਾਂ ਲਵਲੀ ਭਾਈ ਨੇ ਕਿਹਾ ਕਿ ਜਿਹੜੇ ਬਜ਼ੁਰਗ ਨੇ, ਜਿਹੜੇ ਸਪੈਸ਼ਲ ਕੇਸ ਨੇ, ਉਹਨਾਂ ਵਾਸਤੇ ਇੱਕ ਤੁਸੀਂ ਵੀ ਫਿਰ ਸਪੈਸ਼ਲ ਇੱਕ ਕਾਨੂੰਨ ਬਣਾਓ, ਕੋਈ ਫੇਵਰ ਦਵੋ ਇਨਸਾਨੀਅਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ। ਇਹਦੇ ਪਿੱਛੇ ਸਾਰੇ ਜਿਹੜੇ ਓਵਰਸੀਜ਼ ਨੇ ਉਹ ਖੜੇ ਨੇ, ਤੇ ਅਸੀਂ ਇਹ ਜਿਹੜਾ ਨਾ ਇਹਦੀ ਇੱਕ ਭਰਪੂਰ ਸਿਫਾਰਿਸ਼ ਕਰਨੇ ਆ ਕਿ ਕੋਈ ਐਸਾ ਕਾਨੂੰਨ ਬਣਾਇਆ ਜਾਏ ਕਿ ਜਿਹੜੇ ਵਿਛੜੇ ਹੋਏ ਗਲਤੀਆਂ ਦੀ ਵਜ੍ਹਾ ਤੋਂ 70 ਸਾਲ ਬਾਅਦ ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਜਿਹੜੇ ਨਾ ਉਹ ਆਪਣੇ ਪਿਆਰਿਆਂ ਨੂੰ ਮਿਲ ਸਕਣ। ਇਹ ਸਾਡੀ ਇੱਕ ਦਰਖਾਸਤ ਹੈ ਜੀ। ਬਿਲਕੁਲ ਜੀ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਜੀ, ਸ਼ੁਕਰੀਆ ਕਰਦੇ ਹਾਂ, ਤੁਸੀਂ ਬਹੁਤ ਦੂਰੋਂ ਸਾਡੇ ਕੋਲ ਆਏ, ਟਾਈਮ ਕੱਢਿਆ। ਭਾਈ ਸਾਹਿਬ ਸਾਡੇ ਨਾਲ ਨੇ, ਪਰਮਿੰਦਰ ਸਿੰਘ ਢਿੱਲੋਂ ਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਇਹਨਾਂ ਦੀ ਹੋਟਲ ਦੀ ਓਪਨਿੰਗ ਨਹੀਂ ਹੋਈ ਤੇ ਅੱਜ ਅਸੀਂ ਸਾਡੇ ਵਾਸਤੇ ਇਹਨਾਂ ਨੇ ਪਹਿਲਾ ਜਿਹੜਾ ਖਾਣਾ ਸੀ ਉਹ ਸਾਡੇ ਵਾਸਤੇ ਅਰੇਂਜ ਕੀਤਾ। ਇਹਨਾਂ ਦੀ ਮੁਹੱਬਤ ਹੈ। ਅਸੀਂ ਸਾਨੂੰ ਪਤਾ ਕੀ ਗੱਲ ਹੈ, ਜਿਹੜੇ ਮੀਡੀਆ ਵਾਲੇ ਅਸੀਂ ਲੋਕ ਹਨ, ਅਸੀਂ ਸਾਨੂੰ 4 ਲਫ਼ਜ਼ ਬੋਲਣੇ ਆ ਜਾਂਦੇ ਆ ਤੇ ਐਂ ਲੱਗਦਾ ਕਿ ਅਸਲ ਬੰਦੇ ਇਹੀ ਹੈ, ਲੇਕਿਨ ਹਕੀਕਤ ਦੇ ਵਿੱਚ ਅਗਰ ਮੇਰੇ ਕੋਲ ਕੋਈ ਪੁੱਛੇਗਾ ਕਿ ਬੰਦੇ ਜਿਹੜੇ ਨੇ ਉਹ ਕਿਹੋ ਜਿਹੇ ਹੋਣੇ ਚਾਹੀਦੇ, ਤੇ ਮੈਂ ਭਾਈ ਸਾਹਿਬ ਦਾ। ਤੇ ਇਸੇ ਗੱਲ ਦੇ ਨਾਲ ਅਸੀਂ ਆਪਣਾ ਪ੍ਰੋਗਰਾਮ ਵੀ ਖਤਮ ਕਰਨੇ ਆ। ਜੇ ਕੋਈ ਮੁੱਖ ਦੀ ਗੱਲ ਕਰਨੀ ਹੈ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮੈਂ ਇਹੀ ਆਖੂੰਗਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਪਫੁਲੀ ਵੇਖੋ ਸਾਡੇ ਬਹੁਤ ਸਾਰੇ ਪੰਜਾਬੀ ਪੰਜਾਬ ਤੋਂ ਨਿਕਲ ਕੇ ਇੱਥੇ ਰੋਟੀ ਪਾਣੀ ਵਾਸਤੇ ਆਉਂਦੇ ਆ, ਤੇ ਮੈਂ ਯੂਰਪ ਫੇਰ ਕੇ ਵੇਖਿਆ, ਆਪਾਂ ਟੂ ਬੀ ਵੈਰੀ ਫਰੈਂਕ ਅਸੀਂ ਇਹਨਾਂ ਦੇ ਬਰਾਬਰ ਬੈਠਣ ਦੇ ਲਾਇਕ ਨਹੀਂ ਹੈਗੇ। ਇਹ ਇਨਸਾਨ ਹੈਗੇ ਆ ਤੇ ਅਸੀਂ ਆਪਣੇ ਆਪ ਨੂੰ ਜੇ ਇਨਸਾਨ ਆਖੀਏ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਸ਼ਰਮ ਦਾ ਮੁਕਾਮ ਹੋਣਾ ਚਾਹੀਦਾ ਹੈ। ਲੋਕ ਆਪਣੇ ਦੇਸ਼ ਨਾਲ, ਆਪਣੇ ਵਤਨ ਨਾਲ ਮੁਹੱਬਤ ਕਰਦੇ ਨੇ, ਆਪਣੀ ਧਰਤੀ ਨਾਲ, ਆਪਣੀ ਭਾਸ਼ਾ ਨਾਲ ਮੁਹੱਬਤ ਕਰਦੇ ਆ, ਔਰ ਅਸੀਂ ਐਸਾ ਕੁਛ ਵੀ ਨਹੀਂ ਕਰਦੇ। ਸੋ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਰਾਤ ਦੇ ਇਸ ਪਹਿਰ 11:30 ਵੱਜ ਗਏ ਨੇ, ਸਵੇਰ ਤੁਸੀਂ ਆਪਣੀ ਰੋਟੀ ਰੋਜ਼ੀ ਵਾਸਤੇ ਨਿਕਲਣਾ ਹੋਏਗਾ ਔਰ ਤੁਸੀਂ ਮੇਰੇ ਕੋਲ ਚੱਲ ਕੇ ਆਏ। ਭਾਈ ਸਾਹਿਬ, ਭਾਈ ਪਰਮਿੰਦਰ ਦੀ ਗੱਲ ਕਰਾਂ ਤੇ ਬਲਵਿੰਦਰ ਭਾਜੀ ਜਿਹੜੇ ਨੇ ਉਹ 700 ਕਿਲੋਮੀਟਰ ਦੂਰ ਮੈਨੂੰ ਇੱਥੋਂ ਡਰਾਈਵ ਕਰਕੇ ਮੈਨੂੰ ਚੁੱਕ ਕੇ ਇੱਥੇ ਲੈ ਕੇ ਆਏ ਆਪਣੇ ਘਰੇ। ਸੋ ਇਹ ਤੁਹਾਡਾ ਮੁਹੱਬਤ ਹੈ, ਔਰ ਇਹ ਮੁਹੱਬਤ ਸਿਰਫ ਇਸ ਕਰਕੇ ਹੈ ਕਿ ਅਸੀਂ ਇੱਕ ਦੂਜੇ ਦੀ ਜ਼ੁਬਾਨ ਜਿਹੜੀ ਹੈ ਇੱਕ ਹੈ, ਠੀਕ ਹੈ। ਅਸੀਂ ਜ਼ੁਬਾਨ ਇੱਕ ਦੂਸਰੇ ਦੀ ਜਾਣਦੇ ਹਾਂ ਤੇ ਭਾਈ ਸਾਹਿਬ ਮੈਨੂੰ ਲੈ ਕੇ ਆਏ, ਮੈਨੂੰ ਕੋਈ ਸਾਊਦੀ ਅਰਬ ਦਾ ਜਾਂ ਕੋਈ ਸਵੀਡਨ ਦਾ ਬੰਦਾ ਨਹੀਂ ਲੈ ਕੇ ਆਇਆ। ਸੋ ਆਪਾਂ ਜਿੰਨਾ ਕੁ ਭਾਸ਼ਾ ਨਾਲ ਜੁੜਾਂਗੇ ਅਸੀਂ ਆਪਣੇ ਆਪ ਨਾਲ ਜੁੜਾਂਗੇ, ਠੀਕ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਐਕਟਰਸ ਨੇ, ਐਸੇ ਐਕਟਰਸ ਨੇ ਜੋ ਜੋੜਦੇ ਨੇ, ਉਹਨਾਂ ਦਾ ਇੱਥੇ ਬਕਾਇਦਾ ਬਹੁਤ ਵਧੀਆ ਫੰਕਸ਼ਨ ਕਰਾਵਾਂਗੇ, ਇਨਸ਼ਾਅੱਲਾ ਅਸੀਂ ਕਰਵਾਵਾਂਗੇ। ਤੇ ਇਸੇ ਗੱਲ ਦੇ ਨਾਲ ਹੀ ਅਸੀਂ ਆਪਣਾ ਪ੍ਰੋਗਰਾਮ ਵੀ ਖਤਮ ਕਰਨੇ ਆ। ਇਹਨਾਂ ਦਾ ਬੜਾ ਧੰਨਵਾਦ ਕਰਨੇ ਆ, ਬਲਕਿ ਜਿਹੜਾ ਨਾ ਉਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਇਹਦਾ ਅਜ਼ੀਮ ਕੰਮ ਕਰ ਰਹੇ ਨੇ ਤੇ ਸਾਨੂੰ ਇਹਨਾਂ ਟਾਈਮ ਵੀ ਦਿੱਤਾ। ਕੋਈ ਗੱਲ ਨਹੀਂ। ਤੇ ਤੁਸੀਂ ਜਿਹੜਾ ਨਾ ਅਗਰ ਮਜ਼ੀਦ ਇਸ ਤਰ੍ਹਾਂ ਦੀਆਂ ਵੀਡੀਓਜ਼ ਅੱਛੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਦੇਖਣਾ ਚਾਹੁੰਦੇ ਹੋ ਤੇ ਸਾਡੇ ਜਿਹੜੇ YouTube ਚੈਨਲਸ ਨੇ ਉਹਨਾਂ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਵੀ ਕਰੋ। ਬਹੁਤ ਸ਼ੁਕਰੀਆ। ਖੁਦਾ ਹਾਫਿਜ਼। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।